Good morning, students, and welcome to the English class. Today, we are going to start a new topic from your grammar part. So, this topic is very easy but confusing, right? So, the topic is subject verb concord. Okay? So, first of all, what is concord? ਸਬਜੈਕਟ ਐਂਡ ਵਰਬ ਤੁਸੀਂ ਸੁਣਿਆ ਹੋਇਆ ਆ, ਠੀਕ ਹੈ। ਸਬਜੈਕਟ ਐਂਡ ਵਰਬ ਤੁਸੀਂ ਬਹੁਤ ਹੀ ਅਰਲੀਅਰ ਜਿਹੜੀਆਂ ਕਲਾਸਿਸ ਆ ਉੱਥੋਂ ਹੀ ਸ਼ੁਰੂ ਕਰ ਦਿੰਦੇ ਹੋ। ਵਟ ਇਜ਼ ਸਬਜੈਕਟ, ਵਟ ਇਜ਼ ਵਰਬ, ਰਾਈਟ। ਸੋ ਕੌਨਕੋਡ ਜੋ ਹੈ ਉਹ ਕੀ ਆ, ਉਹ ਤੁਹਾਡੇ ਵਾਸਤੇ ਨਵੀਂ ਚੀਜ਼ ਹੋ ਸਕਦੀ ਆ, ਰਾਈਟ। ਸੋ ਕੌਨਕੋਡ ਜੋ ਹੈ ਉਹਨੂੰ ਜਾਣਨ ਤੋਂ ਪਹਿਲਾਂ ਅਸੀਂ ਜਾਣਾਂਗੇ ਥੋੜ੍ਹਾ ਜਿਹਾ ਕਿ ਵਟ ਇਜ਼ ਅ ਸਬਜੈਕਟ ਇਨ ਅ ਸੈਂਟੈਂਸ। ਪਹਿਲਾਂ ਇੱਕ ਸਬਜੈਕਟ ਕੀ ਹੁੰਦਾ ਆ, ਰਾਈਟ। ਸੋ ਹੇਅਰ ਆਰ ਸਮ ਐਗਜ਼ਾਮਪਲਸ। First is Alex is a good boy. Mumbai is a big city. Peacock is a beautiful animal. ਹੁਣ ਸਬਜੈਕਟ ਉਹ ਚੀਜ਼ ਹੁੰਦੀ ਹੈ ਜਿਹਦੇ ਬਾਰੇ ਫੋਕਸ ਹੋਵੇ ਸੈਂਟੈਂਸ ਦੇ ਵਿੱਚ, ਠੀਕ ਹੈ, ਜਿਹਦੇ ਬਾਰੇ ਗੱਲ ਕੀਤੀ ਗਈ ਹੋਵੇ। ਔਰ ਸਬਜੈਕਟ ਮੋਸਟਲੀ ਕੀ ਹੁੰਦੇ ਆ, ਨਾਊਨਸ ਹੁੰਦੇ ਆ। ਨਾਊਨ ਸਾਨੂੰ ਪਤਾ ਹੈ ਨਾ, ਨੇਮ ਆਫ ਅ ਪਰਸਨ, ਪਲੇਸ, ਥਿੰਗ, ਆਈਡੀਆ, ਠੀਕ ਹੈ। ਇਹਨਾਂ ਸਾਰਿਆਂ ਨੂੰ ਅਸੀਂ ਨਾਊਨਸ ਕਹਿੰਦੇ ਹਾਂ। ਸੋ ਜੋ ਸਬਜੈਕਟ ਹੁੰਦਾ ਆ ਉਹ ਹਮੇਸ਼ਾ ਜੋ ਨਾਊਨ ਹੀ ਹੁੰਦਾ ਆ, ਠੀਕ ਹੈ। ਸੋ ਇਹਨਾਂ ਦੇ ਵਿੱਚ ਐਲੈਕਸ ਨੇਮ ਆਫ ਅ ਪਰਸਨ, ਮੁੰਬਈ ਇਜ਼ ਨੇਮ ਆਫ ਅ ਪਲੇਸ ਐਂਡ ਪਿਕਕ ਨੇਮ ਇਜ਼ ਅ ਨੇਮ ਆਫ ਐਨ ਐਨੀਮਲ, ਰਾਈਟ। ਸੋ ਇਹ ਸੀਗਾ ਸਬਜੈਕਟ। ਦੈਨ ਵਟ ਇਜ਼ ਅ ਵਰਬ ਇਨ ਅ ਸੈਂਟੈਂਸ। ਵਰਬ ਕੀ ਹੁੰਦੀ ਆ ਉਹ ਵੀ ਪਤਾ ਆ ਸਾਨੂੰ। ਲਾਈਕ ਐਲੈਕਸ ਰੀਡਸ ਅ ਬੁੱਕ, ਬਰਡਸ ਫਲਾਈ ਇਨ ਦ ਸਕਾਈ, ਪਿਕਕ ਇਜ਼ ਅ ਬਿਊਟੀਫੁਲ ਐਨੀਮਲ। ਸੋ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਰੀਡਸ, ਫਲਾਈ ਐਂਡ ਇਜ਼ ਹੈ, ਇਹ ਕੀ ਆ, ਵਰਬਸ ਆ। ਵਰਬਸ ਆਰ ਐਕਸ਼ਨ ਵਰਡਸ, ਵੀ ਨੋ ਦੈਟ। ਲਾਈਕ ਰੀਡਸ ਤੋਂ ਪਤਾ ਲੱਗ ਰਿਹਾ ਹੈ ਕਿ ਕੋਈ ਐਕਸ਼ਨ ਹੋ ਰਿਹਾ ਆ, ਫਲਾਈ ਤੋਂ ਪਤਾ ਲੱਗ ਰਿਹਾ ਆ। ਔਰ ਜੋ ਥਰਡ ਸੈਂਟੈਂਸ ਆ ਇਹਦੇ ਵਿੱਚ ਇਜ਼ ਹੈ। ਇਜ਼ ਵੈਸੇ ਕੀ ਹੈ, ਹੈਲਪਿੰਗ ਵਰਬ ਆ, ਬਟ ਜਦੋਂ ਕੋਈ ਮੇਨ ਵਰਬ ਸੈਂਟੈਂਸ ਦੇ ਵਿੱਚ ਨਾ ਹੋਵੇ ਦੈਨ ਜਿਹੜੀ ਹੈਲਪਿੰਗ ਵਰਬ ਹੁੰਦੀ ਆ ਉਹਨੂੰ ਐਜ਼ ਆ ਮੇਨ ਵਰਬ ਕੰਸੀਡਰ ਕੀਤਾ ਜਾਂਦਾ ਹੈ, ਠੀਕ ਹੈ। ਸੋ ਜੋ ਇਜ਼ ਆ ਉਹ ਕੀ ਹੈ, ਇੱਥੇ ਵਰਬ ਹੈ, ਰਾਈਟ। ਸੋ ਵਟ ਇਜ਼ ਸਬਜੈਕਟ ਵਰਬ concord now? A finite verb agrees with its subject in number and person and we call this agreement concord, right? ਇੱਕ ਜੋ ਕਹਿੰਦੇ ਕਿ ਸੈਂਟੈਂਸ ਦੇ ਵਿੱਚ ਜੋ ਫਾਈਨਾਈਟ ਵਰਬ ਹੁੰਦੀ ਆ ਉਹ ਕੀ ਆ, ਸਬਜੈਕਟ ਜਿੱਦਾਂ ਦਾ ਹੁੰਦਾ ਆ। ਸਬਜੈਕਟ ਮਤਲਬ ਕਿ ਨਾਊਨ। ਅਗਰ ਨਾਊਨ ਸਿੰਗੂਲਰ ਹੋਏਗਾ ਤਾਂ ਸਾਡੀ ਜਿਹੜੀ ਵਰਬ ਹੈ ਉਹ ਵੀ ਸਿੰਗੂਲਰ ਹੋਏਗੀ। ਅਗਰ ਨਾਊਨ ਪਲੂਰਲ ਹੋਏਗਾ, ਸਬਜੈਕਟ ਪਲੂਰਲ ਹੋਏਗਾ, ਦੈਨ ਜੋ ਵਰਬ ਹੈ ਉਹ ਵੀ ਪਲੂਰਲ ਹੋਏਗੀ। ਹੁਣ ਅਗਰ ਤੁਸੀਂ ਇੱਕ ਲਗਾ ਰਹੇ ਹੋ, ਸਬਜੈਕਟ ਜੋ ਹੈ ਤੁਹਾਡਾ ਉਹ ਸਿੰਗੂਲਰ ਹੈ ਬਟ ਤੁਸੀਂ ਵਰਬ ਪਲੂਰਲ ਲਗਾ ਰਹੇ ਹੋ, ਦੈਨ ਦੈਟ ਸੈਂਟੈਂਸ ਵਿਲ ਬੀ ਰੋਂਗ, ਰਾਈਟ। ਸੋ ਇਹ ਜੋ ਸਬਜੈਕਟ ਦੇ ਅਕੋਰਡਿੰਗ ਅਸੀਂ ਵਰਬ ਲਗਾਉਂਦੇ ਆ ਉਹਨੂੰ ਅਸੀਂ ਕਹਿੰਦੇ ਆ ਸਬਜੈਕਟ ਵਰਬ ਕੌਨਕੋਰਡ। ਕੌਨਕੋਰਡ ਜਾਂ ਫਿਰ ਐਗਰੀਮੈਂਟ। ਐਗਰੀਮੈਂਟ ਕੀ ਹੁੰਦਾ, ਸਹਿਮਤੀ। ਮਤਲਬ ਸਬਜੈਕਟ ਅਤੇ ਵਰਬ ਦੀ ਸੈਂਟੈਂਸ ਦੇ ਵਿੱਚ ਆਪਸ ਦੇ ਵਿੱਚ ਕਹਿ ਸਕਦੇ ਹਾਂ ਅਸੀਂ ਸਹਿਮਤੀ ਹੋਣੀ ਚਾਹੀਦੀ ਆ, ਰਾਈਟ। ਰੀਡ ਦ ਫੋਲੋਇੰਗ ਸੈਂਟੈਂਸਿਸ। First is the quality of coffee produced by Indian planters are really good. ਹੁਣ second ਦੇਖੋ ਪਹਿਲਾਂ, Hari and I am writing a book jointly. ਜੋ ਰੈਡ ਕਲਰ ਦੇ ਵਿੱਚ ਹੈ ਉਹ ਕੀ ਹੈ, ਸਬਜੈਕਟ ਹੈ, ਔਰ ਬਲੂ ਕਲਰ ਦੇ ਵਿੱਚ ਵਰਬ ਹੈ, ਠੀਕ ਹੈ। ਹੁਣ ਨਾ ਦੋਨਾਂ ਸੈਂਟੈਂਸ ਨੂੰ ਦੇਖੋ, ਇਹ ਦੋਨੋਂ ਸੈਂਟੈਂਸ ਠੀਕ ਹੈ, ਗ੍ਰਾਮੈਟਿਕਲੀ ਇਹਨਾਂ ਦੇ ਵਿੱਚ ਕੋਈ ਗਲਤੀ ਤਾਂ ਨਹੀਂ ਆ। ਇਹ ਦੋਨੋਂ ਸੈਂਟੈਂਸ ਜਿਹੜੇ ਆ ਤੁਹਾਨੂੰ ਲੱਗ ਰਿਹਾ ਹੋਏਗਾ ਕਿ ਸਹੀ ਆ, ਬਟ ਨੋ, ਦੀਜ਼ ਬੋਥ ਆਫ ਦੀਜ਼ ਸੈਂਟੈਂਸਿਸ ਆਰ ਰੋਂਗ। ਕਿਉਂ ਰੋਂਗ ਹੈ, ਹੁਣ ਇਹ ਦੇਖੋ, ਦ ਕੁਆਲਿਟੀ ਆਫ ਕੌਫੀ ਪ੍ਰੋਡਿਊਸਡ ਬਾਈ ਇੰਡੀਅਨ ਪਲਾਂਟਰਸ ਇਜ਼ ਰੀਅਲੀ ਗੁੱਡ। ਹੁਣ ਇੱਥੇ ਉੱਪਰ ਵਾਲੇ ਦੇਖੋ ਵਰਬ ਜਿਹੜੀ ਆ ਆਰ ਸੀ, ਔਰ ਨੀਚੇ ਜੋ ਸੈਂਟੈਂਸ ਲਿਖਿਆ ਉਹੀ ਸੇਮ, ਉਹਦੇ ਵਿੱਚ ਵਰਬ ਜਿਹੜੀ ਆ ਇਜ਼ ਆ। ਕਿਉਂ ਇਜ਼ ਲਗਾਇਆ ਆ, ਅਸੀਂ ਗੱਲ ਕਰ ਰਹੇ ਹਾਂ ਦ ਕੁਆਲਿਟੀ ਆਫ ਕੌਫੀ। ਦ ਕੁਆਲਿਟੀ ਆਫ ਕੌਫੀ ਇੱਕ ਚੀਜ਼ ਹੈ, ਠੀਕ ਹੈ। ਹੁਣ ਆਪਾਂ ਪਲਾਂਟਰਸ ਦੀ ਗੱਲ ਨਹੀਂ ਕਰਨ ਲਈ, ਪਲਾਂਟਰਸ ਇਹਦੇ ਵਿੱਚ ਪਲੂਰਲ ਆ, ਬਟ ਵੀ ਆਰ ਟਾਕਿੰਗ ਅਬਾਊਟ ਦ ਕੁਆਲਿਟੀ ਆਫ ਕੌਫੀ। ਸੋ ਦ ਕੁਆਲਿਟੀ ਆਫ ਕੌਫੀ is a singular subject, so our verb will be singular, right? so अगर subject singular है तो verb भी साडी singular ही आएगी। next जो है हरी and I दे नाल
बहुत ज़्यादा इत्थे कन्फ्यूजन हो सकती है कि आई दे नाल हमेशा एम लगता है, आर नहीं लगता। बट असी देखना है हरी एंड आई दो परसनस की गल हुई है, सबजैक्ट इत्थे दो परसनस आ, सिर्फ एक नहीं है। ठीक है, आई दे नाल एम ही लगता है, बट अगर दो सबजैक्ट्स आए हुए आ, दो सबजैक्ट्स की असी गल कर रहे हैं तो असी आई एम नहीं लगावांगे, आर लगावांगे। सिर्फ आई नू नहीं देखना, असी सबजैक्ट देखने हैं कि किन्ने आ। सो ठीक है, जिन्ने भी सबजैक्ट होणगे, अगर सबजैक्ट सिंगुलर है तो वर्ब भी सिंगुलर होएगी, अगर सबजैक्ट प्लूरल है तो वर्ब भी साडी प्लूरल होएगी। सो दिस इज़ कॉल्ड सबजैक्ट वर्ब अग्रीमेंट, मतलब सबजैक्ट ते वर्ब की आपस दे विच सहमति होनी चाहिए, ਉਹਦੇ अकॉर्डिंग होना चाहिए, सबजैक्ट के अकॉर्डिंग ही वर्ब होनी चाहिए। Then now read the following. I, the head of the institute, am to suffer a lot. Miss Reena, our English teacher, is on leave for 2 days. You must have noticed that these long subjects take singular verbs. ਹੁਣ ਇਹਦੇ ਵਿੱਚ ਦੇਖੋ ਇਹਨਾਂ ਦੋਨੋਂ ਸੈਂਟੈਂਸ ਦੇ ਵਿੱਚ ਕੀ ਆ, ਸਬਜੈਕਟ ਜਿਹੜਾ ਆ ਲੌਂਗ ਆ, ਆਈ ਦ ਹੈਡ ਆਫ ਦ ਇੰਸਟੀਚਿਊਟ, ਮਿਸ ਰੀਨਾ ਆਰ ਇੰਗਲਿਸ਼ ਟੀਚਰ, ਇਹ ਕੀ ਆ, ਬੜਾ ਹੀ ਲੈਂਥੀ ਜਿਹਾ ਸਬਜੈਕਟ ਆ। ठीक है, बट ये गल एक ही परसन की हुई आ, आई द हैड ऑफ द इंस्टीट्यूट वो एक ही परसन है, मिस रीना आर इंग्लिश टीचर वो एक ही परसन है, इस करके जो ये वर्ब लगाई गई है वो भी सिंगुलर है। ठीक है, ये नहीं देखना कि सबजैक्ट लेंथी है तो वो प्लूरल वर्ब लगा दो, ये देखना है कि सबजैक्ट सिंगुलर है या फिर प्लूरल है। राइट, सो कुछ रूल्स होंदे ने जिहदे नाल कि होर ज़्यादा क्लीयर हो जाता है कि कित्थे आपां किद्दां दी वर्ब लगानी है, वो असीं अज डिस्कस करांगे। फर्स्ट रूल जो हैगा आ, ठीक है, उहदे विच देखो, द हॉर्स रनस फास्ट, बर्ड्स फ्लाई इन द स्काई, ही नोज़ मी वेरी वेल। हुण फर्स्ट दे विच देखो द हॉर्स जो है वो थर्ड परसन सिंगुलर है। ठीक है, इस करके असीं रनस लगाया। ਤੁਹਾਨੂੰ ਟੈਂਸਿਸ ਕਰਵਾਏ ਗਏ ਨਾ, ਉਹਦੇ ਵਿੱਚ ਤੁਸੀਂ ਪੜ੍ਹਿਆ ਸੀਗਾ ਕਿ ਜੋ ਸਿੰਪਲ ਪ੍ਰੈਜ਼ੈਂਟ ਹੁੰਦਾ ਜਾਂ ਪ੍ਰੈਜ਼ੈਂਟ ਇੰਡੈਫੀਨਿਟ ਹੁੰਦਾ, ਉਹਦੇ ਵਿੱਚ ਥਰਡ ਪਰਸਨ ਸਿੰਗੂਲਰ ਦੇ ਨਾਲ ਅਸੀਂ ਕੀ ਲਗਾਉਂਦੇ ਹਾਂ, ਐਸ ਔਰ ਈ ਐਸ ਵਰਬ ਦੀ ਫਸਟ ਫਾਰਮ ਦੇ ਨਾਲ। ਸੋ ਇੱਥੇ ਦ ਹਾਰਸ ਦੇ ਨਾਲ ਲੱਗਿਆ ਰਨਸ, ਐਂਡ ਬਰਡਸ ਕੀ ਹੈ, ਪਲੂਰਲ ਹੈ, ਪਲੂਰਲ ਦੀ ਗੱਲ ਹੋਈ ਹੈ, ਇਸ ਕਰਕੇ ਫਲਾਈ। ਦੈਨ ਹੀ ਇਜ਼ ਆਲਸੋ थर्ड person singular, so we have put nose here। ठीक है, सो असी फर्स्ट फॉर्म दे नाल इत्थे की लगाया आ, एस। ठीक है, नोज। ठीक है, सो सेकेंड इज टू और मोर सिंगुलर सब्जेक्ट्स जॉइंड बाय एंड यूजुअली टेक अ वर्ब इन द प्लूरल। हुण कहंदे कि अगर दो या दो तो ज़्यादा सिंगुलर सब्जेक्ट्स हुंदे आ जिथे, ठीक है, और वो जॉइंड हुंदे आ, दैन उन्हां दे विच की आएगा, वर्ब भी की आएगी, प्लूरल आएगी। जिदा कि असीं पहले क्या, अगर सिंगुलर है सब्जेक्ट तो वर्ब भी सिंगुलर होएगी, अगर प्लूरल है तो वर्ब भी प्लूरल होएगी। ठीक है, सो फर्स्ट वन इज रेनू एंड रीना रीड इन द सेम स्कूल। हुण रीना देखो किसी नेम ऑफ अ परसन आ, हुण नेम ऑफ अ परसन जिहड़ा हुंदा आ थर्ड परसन सिंगुलर, उहदे नाल असीं की लगाने आ, फर्स्ट फॉर्म दे नाल एस ते ई एस, जिद्दां असीं पिछे लगाया सी। ठीक है, बट इत्थे दो परसनस की गल की गई है, रेनू एंड रीना। राइट, नैक्सट दे विच भी दी अमन एंड रीशू। हुण सिर्फ रीशू की गल नहीं की, रमन एंड रीशू इज़ ब्रदर्स नहीं लिख देना, असीं दो परसनस की गल कर रहे हैं, इस करके असीं की लगावांगे, आर। If however the two nouns refers to the same person or thing or suggest one idea to the mind, the verb must be in the singular। पर एक चीज़ का ध्यान रखना है कि मान लो कि दो नाउन है, ठीक है, बट वो एक ही चीज़ नूं सजैसट कर रहे हैं। ठीक है, उन्होंने कनैक्शन एक ही ਉਹਦੇ बारे दो नाउन से यूज़ कर रहे, बट वो ਇੱਕੋ ਹੀ चीज़ नूं रिप्रजेंट कर रहे हैं। ਉੱਥੇ ਆਪਾਂ ਜੋ ਵਰਬ ਹੈ ਉਹਨੂੰ ਆਪਾਂ ਪਲੂਰਲ ਨਹੀਂ ਲਗਾਵਾਂਗੇ, ਅਸੀਂ ਸਿੰਗੂਲਰ ਵਰਬ ਦਾ ਹੀ ਯੂਜ਼ ਕਰਾਂਗੇ। ਫॉर एग्जांपल, ਰਾਈਸ ਐਂਡ ਫਿਸ਼ इज़ अ फेमस डिश इन बंगाल। ਅਸੀਂ डिश की गल की आ, राइस एंड फिश लगा के आर नहीं लगा देना, दोनों डिश नूं रिप्रजेंट कर रहे हैं, एक सिंगल चीज़ नूं रिप्रजेंट कर रहे हैं। ठीक है, एंड स्लो एंड स्टडी विंस द रेस एक की है कहावत भी है। ठीक है, सो ਇਹਦੇ ਵਿੱਚ ਵੀ ਕੀ ਹੈ, ਸਲੋ ਐਂਡ ਸਟੱਡੀ ਇੱਕੋ ਚੀਜ਼ ਲਈ यूज़ किया गया, इस करके ਆਪਾਂ ਕੀ लगावांगे, विंस। सो वर्ब भी की होएगी, सिंगुलर होएगी।
So third rule is sometimes the verb is made to agree in number with a noun other than its proper subject because the noun stands near it. ਕਈ ਵਾਰੀ ਕੀ ਹੁੰਦਾ ਹੈ ਕਿ verb ਜਿਹੜੀ ਹੁੰਦੀ ਆ ਉਹ ਨੰਬਰ ਦੇ ਨਾਲ ਅਗਰੀ ਹੁੰਦੀ ਆ ਕਿਸੇ ਨਾउन ਦੇ, ਠੀਕ ਹੈ। ਬਟ ਜਿਹੜਾ ਪ੍ਰੋਪਰ ਸਬਜੈਕਟ ਹੁੰਦਾ ਆ, ਮਤਲਬ ਕਿ ਇਹਦੇ ਵਿੱਚ ਕੀ ਹੁੰਦਾ ਹੈ, ਕਈ ਵਾਰੀ ਇੱਕ ਸਬਜੈਕਟ ਹੁੰਦਾ ਆ, ਠੀਕ ਹੈ, ਉਹ ਸਿੰਗੂਲਰ ਹੁੰਦਾ ਆ, ਉਸ ਤੋਂ ਬਾਅਦ ਇੱਕ ਵਰਡ ਯੂਜ਼ ਕੀਤਾ ਗਿਆ ਹੁੰਦਾ ਆ, ਇੱਕ ਹੋਰ ਨਾउन ਹੁੰਦਾ ਆ ਜਿਹੜਾ ਕਿ ਪਲੂਰਲ ਹੁੰਦਾ ਆ। ਬਟ ਜੋ ਸਾਡਾ ਮੇਨ ਸਬਜੈਕਟ ਹੁੰਦਾ ਹੈ ਉਹ ਸਿੰਗੂਲਰ ਹੁੰਦਾ ਹੈ, ਉਹਦੇ ਇਮੀਡੀਏਟਲੀ ਜਿਹੜੇ ਪਲੂਰਲ ਹੁੰਦਾ ਨਾ ਉਹਦੇ ਤੋਂ ਇਮੀਡੀਏਟਲੀ ਬਾਅਦ ਵਰਬ ਲੱਗੀ ਹੁੰਦੀ ਆ। ਅਤੇ ਅਸੀਂ ਉੱਥੇ ਵੀ ਪਜ਼ਲ ਨਹੀਂ ਹੋ ਜਾਣਾ, ਆਪਾਂ ਮੇਨ ਜੋ ਸਬਜੈਕਟ ਆ ਜਿਹਦੇ ਬਾਰੇ ਗੱਲ ਕੀਤੀ ਗਈ ਹੋਵੇ ਉਹਨੂੰ ਦੇਖਣਾ ਆ। ਫੋਰ ਐਗਜ਼ਾਮਪਲ ਦ ਕੁਆਲਿਟੀ ਆਫ ਲਾਈਫ ਇਨ ਸਿਟੀਜ਼ ਹੈਜ਼, ਹੁਣ ਇੱਥੇ ਸਬਜੈਕਟ ਕੀ ਹੈ, ਦ ਕੁਆਲਿਟੀ ਆਫ ਲਾਈਫ ਇਨ ਸਿਟੀਜ਼ ਜੋ ਹੈ ਪਲੂਰਲ ਆ, ਬਟ ਇੱਥੇ ਆਪਾਂ ਸਿਟੀਜ਼ ਦੀ ਗੱਲ ਨਹੀਂ ਕੀਤੀ, ਦ ਕੁਆਲਿਟੀ ਆਫ ਲਾਈਫ ਦੀ ਗੱਲ ਕੀਤੀ ਹੈ। ਦ ਕੁਆਲਿਟੀ ਆਫ ਲਾਈਫ ਇਜ਼ ਸਿੰਗੂਲਰ। ਇਨ ਨੈਕਸਟ ਸੈਂਟੈਂਸ ਯੂ ਕੈਨ ਸੀ ਦ ਲਿਵਿੰਗ ਕੰਡੀਸ਼ਨ ਆਫ ਵਿਲੇਜਰਸ। ਹੁਣ ਆਪਾਂ ਇੱਥੇ ਦ ਲਿਵਿੰਗ ਕੰਡੀਸ਼ਨ ਦੀ ਗੱਲ ਕਰ ਰਹੇ ਹਾਂ, ਵਿਲੇਜਰਸ ਦੀ ਗੱਲ ਨਹੀਂ ਕਰ ਰਹੇ। ਸੋ ਦ ਲਿਵਿੰਗ ਕੰਡੀਸ਼ਨ ਇਜ਼ ਸਿੰਗੂਲਰ, ਸੋ ਜੋ ਹੈਜ਼ ਆ ਉਹ ਕੀ ਆ, ਸਿੰਗੂਲਰ ਦੇ ਨਾਲ ਲੱਗਦਾ ਆ, ਇਸ ਕਰਕੇ ਆਪਾਂ ਇੱਥੇ ਪਲੂਰਲ ਵਰਬ ਦਾ ਯੂਜ਼ ਨਹੀਂ ਕਰਨਾ। ਥਰਡ ਜੋ ਹੈ, ਅ ਕੋਰਸ ਆਫ ਲੈਕਚਰਸ ਵਾਜ਼ ਅਰੇਂਜਡ। ਹੁਣ ਆ ਕੋਰਸ, ਇੱਕ ਕੋਰਸ ਦੀ ਗੱਲ ਕੀਤੀ ਹੈ, ਸਿੰਗੂਲਰ ਜੋ ਸਬਜੈਕਟ ਹੈ ਸਾਡਾ। ਲੈਕਚਰਸ ਦੀ ਗੱਲ ਨਹੀਂ ਕਰਦੇ ਆਪਾਂ, ਇੱਕ ਕੋਰਸ ਦੀ ਗੱਲ ਕੀਤੀ ਗਈ ਹੈ ਇਸ ਸੈਂਟੈਂਸ ਦੇ ਵਿੱਚ, ਇਸ ਕਰਕੇ ਜੋ ਸਾਡੀ ਵਰਬ ਹੈ ਉਹ ਵੀ ਕੀ ਹੋਏਗੀ, ਸਿੰਗੂਲਰ। So fourth rule is two or more singular nouns or pronouns joined by, with, besides, as well as, and not together with, no less than, along with, and similar expressions the verb is singular। ਹੁਣ ਕਹਿੰਦੇ ਕਿ ਅਗਰ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੇ ਸਿੰਗੂਲਰ ਨਾउन ਜਾਂ ਪ੍ਰੋਨਾउन ਹੁੰਦੇ ਆ ਉਹ ਕੀ ਆ, ਜੁਆਇਨ ਹੁੰਦੇ ਆ ਬਿਸਾਈਡ, ਐਜ਼ ਵੈਲ ਐਜ਼, ਐਂਡ ਨੋ ਲੈਸ ਦੈਨ, ਅਲੋਂਗ ਵਿਦ ਦੇ ਨਾਲ, ਦੈਨ ਸਾਡੀ ਵਰਬ ਉਦੋਂ ਵੀ ਕੀ ਹੋਏਗੀ, ਸਿੰਗੂਲਰ ਹੀ ਹੋਏਗੀ, ਠੀਕ ਹੈ। ਫੋਰ ਐਗਜ਼ਾਮਪਲ ਦ ਸ਼ੌਪ ਵਿਦ ਇਟਸ ਕੰਟੈਂਟਸ was burnt down. The gold as well as silver is precious metal. Ritik along with his friends was guilty। ठीक है, फर्स्ट ਦੇ ਵਿੱਚ ਦੇਖੋ ਦ ਸ਼ੌਪ ਦੀ ਗੱਲ ਕੀਤੀ ਗਈ ਆ, ਵਿਦ ਇਟਸ ਕੰਟੈਂਟਸ ਦੀ ਗੱਲ ਨਹੀਂ ਕੀਤੀ ਆਪਾਂ, ਸ਼ੌਪ ਦੀ ਗੱਲ ਕੀਤੀ ਹੈ। ਸਬਜੈਕਟ ਸਾਡਾ ਦਾ ਸ਼ੌਪ ਹੈ, ਇਸ ਕਰਕੇ ਜੋ ਵਰਬ ਹੈ ਉਹ ਵੀ ਸਿੰਗੂਲਰ ਹੋਏਗੀ। ਨੈਕਸਟ ਦੇ ਵਿੱਚ ਗੋਲਡ ਐਜ਼ ਵੈਲ ਐਜ਼ ਸਿਲਵਰ ਇਜ਼ ਪ੍ਰੈਸ਼ੀਅਸ ਮੈਟਲ। ਹੁਣ ਇਹਦੇ ਵਿੱਚ ਗੋਲਡ ਐਂਡ ਸਿਲਵਰ ਸਾਡਾ ਸਬਜੈਕਟ ਨਹੀਂ ਆ, ਮੈਟਲ ਸਾਡਾ ਸਬਜੈਕਟ ਹੈ, ਸੋ ਮੈਟਲ ਨੂੰ ਆਪਾਂ ਐਜ਼ ਅ ਸਿੰਗੂਲਰ ਹੀ ਕੰਸੀਡਰ ਕਰਾਂਗੇ। ਔਰ ਇੱਥੇ ਕੀ ਲੱਗਾ ਹੋਇਆ ਹੈ, ਐਜ਼ ਵੈਲ ਐਜ਼ ਵੀ ਲੱਗਾ ਹੋਇਆ ਆ। ਅਗਰ ਐਜ਼ ਵੈਲ ਐਜ਼ ਉੱਪਰ ਲਿਖਿਆ ਹੋਇਆ ਨਾ ਲੱਗਿਆ ਹੋਏਗਾ, ਦੈਨ ਕੀ ਹੋਏਗਾ, ਜੋ ਵਰਬ ਹੈ ਉਹ ਵੀ ਸਿੰਗੂਲਰ ਹੋਏਗੀ। ਦੈਨ ਰਿਤਿਕ ਅਲੋਂਗ ਵਿਦ ਹਿਜ਼ ਫਰੈਂਡਸ। ਹੁਣ ਇੱਥੇ ਸਬਜੈਕਟ ਰਿਤਿਕ ਆ, along with his friends is not our subject, so ਰਿਤਿਕ ਸਿੰਗੂਲਰ ਹੈ, ਇਸ ਕਰਕੇ verb ਵੀ ਕੀ ਹੋਏਗੀ, ਸਿੰਗੂਲਰ। Then rule number 5 is two or more nouns or pronouns in the singular connected by or nor take a singular verb। ਅਗਰ ਹੁਣ ਕਹਿੰਦੇ ਕਿ ਕੋਈ ਨਾउन ਜਾਂ ਪ੍ਰੋਨਾउन ਹੈ ਜਿਹੜਾ ਕਿ ਸਿੰਗੂਲਰ ਹੈ, ਬਟ ਉਹ ਕਾਹਦੇ ਨਾਲ ਕਨੈਕਟ ਹੁੰਦਾ ਹੈ, ਔਰ ਜਾਂ ਫਿਰ ਨੌਰ ਦੇ ਨਾਲ, ਠੀਕ ਹੈ। ਉੱਥੇ ਵੀ ਸਾਡੀ ਜੋ ਵਰਬ ਹੈ ਉਹ ਕੀ ਹੋਏਗੀ, ਸਿੰਗੂਲਰ। ਫੋਰ ਐਗਜ਼ਾਮਪਲ ਈਦਰ ਸ਼ਿਵਮ ਔਰ ਹਿਜ਼ ਸਿਸਟਰ ਹੈਜ਼ ਸਟੂਡ ਫਸਟ। ਈਦਰ ਔਰ ਲੱਗਾ ਹੈ, ਇਸ ਕਰਕੇ ਜੋ ਵਰਬ ਹੈ ਉਹ ਵੀ ਕੀ ਹੋਏਗੀ ਸਾਡੀ, ਸਿੰਗੂਲਰ, ਠੀਕ ਹੈ। ਔਰ ਲੱਗਾ ਆ, ਔਰ ਨੈਕਸਟ ਦੇ ਵਿੱਚ ਨੀਦਰ ਫੂਡ ਨੌਰ ਵਾਟਰ ਵਾਜ਼ ਅਵੇਲੇਬਲ, ਨੌਰ ਲੱਗਾ ਹੈ, ਇਸ ਕਰਕੇ ਜੋ ਸਾਡੀ ਵਰਬ ਹੈ ਉਹ ਵੀ ਸਬਜੈਕਟ ਹੋਏਗੀ, ਸਿੰਗੂਲਰ ਹੋਏਗੀ। ਰਿਤਿਕ ਔਰ ਪ੍ਰਤੀਕ ਇਜ਼ ਟੂ ਬਲੇਮ, ਠੀਕ ਹੈ, ਇੱਥੇ ਵੀ ਔਰ ਲੱਗਾ ਹੈ, ਇਸ ਕਰਕੇ ਵਰਬ ਜੋ ਹੈ ਉਹ ਕੀ ਹੋਏਗੀ, ਸਿੰਗੂਲਰ। ਦੈਨ 6th rule is, but if one of the subjects joined by or nor is the plural, the verb must be in the plural and the plural subject is placed nearest in the verb। ਹੁਣ ਕਹਿੰਦੇ ਕਿ ਪਿੱਛੇ ਆਪਾਂ ਪੜ੍ਹ ਕੇ ਨੌਰ ਔਰ ਲੱਗਾ ਹੋਏਗਾ, ਸਾਡਾ ਜੋ ਵਰਬ ਹੈ ਉਹ ਸਿੰਗੂਲਰ ਹੋਏਗੀ। ਬਟ ਇੱਕ ਕੇਸ ਦੇ ਵਿੱਚ ਜਿੱਥੇ ਕੀ ਹੋਏਗਾ, ਜਿੱਥੇ ਕਿ ਦ ਵਰਬ ਮਸਟ ਬੀ ਇਨ ਦ ਪਲੂਰਲ,
ਜਿਹੜੀ verb ਹੈ plural ਹੋਏਗੀ। ਕਦੋਂ ਹੋਏਗੀ? एग्जाम्पल देखते हैं, the officer or his clerks। ਜਦੋਂ ਹੁਣ ਇੱਥੇ ਲੱਗਿਆ ਹੋਇਆ ਆ ਦੋ ਸਬਜੈਕਟਸ ਦੀ ਆਪਾਂ ਗੱਲ ਕੀਤੀ ਆ, ਠੀਕ ਹੈ, ਦੋ ਸਬਜੈਕਟਸ ਆ ਔਰ ਲਗਾ ਕੇ, ਔਰ ਜਿਹੜਾ ਦੂਸਰਾ ਆ ਉਹ ਪਲੂਰਲ ਹੈ ਸਬਜੈਕਟ, ਠੀਕ ਹੈ, ਦੂਸਰਾ ਸਬਜੈਕਟ ਪਲੂਰਲ ਆ। ਪਿੱਛੇ ਜੋ ਆਪਾਂ ਕੀਤੇ ਸੀ ਨਾ ਦੋਨੋਂ ਸਬਜੈਕਟ ਸਿੰਗੂਲਰ ਸੀਗੇ, ਬਟ ਇਹਦੇ ਵਿੱਚ ਇੱਕ ਜਿਹੜਾ ਸਬਜੈਕਟ ਹੈ ਉਹ ਸਾਡਾ ਕੀ ਆ? ਪਲੂਰਲ ਆ। ਤਾਂ ਉੱਥੇ ਆਪਾਂ ਕੀ ਲਗਾਵਾਂਗੇ? ਵਰਬ ਵੀ ਪਲੂਰਲ ਲਗਾਵਾਂਗੇ। ਜਿਹੜੀ ਉਹਦੀ ਨੀਅਰੈਸਟ ਵਰਬ ਸਬਜੈਕਟ ਹੋਏਗਾ ਪਲੂਰਲ ਅਗਰ ਹੋਏਗਾ ਫਿਰ ਉੱਥੇ ਅਸੀਂ ਵਰਬ ਵੀ ਪਲੂਰਲ ਹੀ ਲਗਾਵਾਂਗੇ, ਠੀਕ ਹੈ। ਦ ਆਫਿਸਰ ਔਰ ਹਿਸ ਕਲਾਰਕਸ ਕੀ ਆ? ਪਲੂਰਲ ਹੈ, ਇਸ ਕਰਕੇ ਵਰ। ਨੀਦਰ ਰੋਹਿਤ ਨੌਰ ਹਿਜ਼ ਫਰੈਂਡਸ ਪਿੱਛੇ ਫਰੈਂਡ ਸੀ, ਸਿੰਗੂਲਰ ਸੀ, ਇਸ ਕਰਕੇ ਆਪਾਂ ਕੀ ਲਗਾਇਆ ਸੀ? ਸਿੰਗੂਲਰ ਵਰਬ। ਬਟ ਇੱਥੇ ਹੁਣ ਕੀ ਆ? ਪਲੂਰਲ ਹੈ ਸਾਡੇ ਕੋਲ, ਇਸ ਕਰਕੇ ਆਪਾਂ ਵਰਬ ਵੀ ਕੀ ਲਗਾਵਾਂਗੇ? ਪਲੂਰਲ, ਰਾਈਟ। ਨੈਕਸਟ ਰੂਲ ਇਜ਼ when the subject are joined by or nor different person the verb agrees with the nearest as। ਜਦੋਂ ਕਹਿੰਦੇ ਕਿ ਸਬਜੈਕਟ ਜਿਹੜਾ ਹੈ ਜੁਆਇੰਡ ਹੋਏਗਾ ਔਰ ਨੌਰ ਦੇ ਨਾਲ ਡਿਫਰੈਂਟ ਪਰਸਨਸ ਨੂੰ ਲੈ ਕੇ, ਫਿਰ ਜੋ ਵਰਬ ਆ ਉਹਦੇ ਨਾਲ ਜਿਹੜਾ ਸਬਜੈਕਟ ਲੱਗਿਆ ਹੋਏਗਾ ਉਹਦਾ ਹੀ ਆਪਾਂ ਉੱਦਾਂ ਦੀ ਹੀ ਆਪਾਂ ਕੀ ਕਰਾਂਗੇ? ਵਰਬ ਲਗਾਵਾਂਗੇ। ਜਿੱਦਾਂ ਕਿ ਆਪਾਂ ਪਿੱਛੇ ਕਰਕੇ ਆਏ ਨਾ ਕਿ ਪਹਿਲਾਂ ਜੋ ਸੀਗਾ ਔਰ ਤੇ ਨੌਰ ਦੇ ਨਾਲ ਦੋਨੋਂ ਸਬਜੈਕਟ ਸਿੰਗੂਲਰ ਸੀਗੇ, ਦੋ ਸਬਜੈਕਟ ਸੀਗੇ, ਤੇ ਇਸ ਕਰਕੇ ਆਪਾਂ ਵਰਬ ਸਿੰਗੂਲਰ ਲਗਾਈ। ਸੈਕਿੰਡ ਵਾਲੇ 'ਚ ਕੀ ਸੀਗਾ ਕਿ ਫਸਟ ਜਿਹੜਾ ਸਾਡਾ ਸਬਜੈਕਟ ਸੀ ਉਹ ਸਿੰਗੂਲਰ ਸੀਗਾ ਔਰ ਸੈਕਿੰਡ ਜੋ ਸਬਜੈਕਟ ਸੀਗਾ ਪਲੂਰਲ ਸੀ, ਇਸ ਕਰਕੇ ਆਪਾਂ ਵਰਬ ਜੋ ਪਲੂਰਲ ਯੂਜ਼ ਕੀਤੀ। ਬਟ ਹੁਣ ਇੱਥੇ ਤੀਸਰੇ ਰੂਲ ਦੇ ਵਿੱਚ ਇੱਦਾਂ ਦੇ ਹੀ ਮਿਲਦੇ ਜੁਲਦੇ ਰੂਲ ਦੇ ਵਿੱਚ ਅਸੀਂ ਕੀ ਦੇਖਿਆ? ਨੌਰ ਔਰ ਵਾਲਾ ਤੀਸਰਾ ਰੂਲ ਆ ਗਿਆ ਨਾ, ਨੌਰ ਔਰ ਵਾਲਾ। ਇੱਥੇ ਜੋ ਵਰਬ ਦੇ ਨੀਅਰੈਸਟ ਜਿਹੜੀ ਸਬਜੈਕਟ ਹੋਏਗਾ, ਚਾਹੇ ਉਹ ਸਿੰਗੂਲਰ ਹੋਏ ਚਾਹੇ ਉਹ ਪਲੂਰਲ ਹੋਏ, ਉੱਦਾਂ ਦਾ ਹੀ ਅਸੀਂ ਵਰਬ ਯੂਜ਼ ਕਰਾਂਗੇ। ਫੋਰ ਐਗਜ਼ਾਮਪਲ ਨੀਦਰ ਯੂ ਨੌਰ ਆਈ। ਹੁਣ ਇੱਥੇ ਯੂ ਐਂਡ ਆਈ ਦੋ ਸਬਜੈਕਟ ਆ, ਯੂ ਦੇ ਨਾਲ ਵੈਸੇ ਕੀ ਲੱਗਦਾ ਆ? ਆਰ ਲੱਗਦਾ ਆ, ਠੀਕ ਹੈ। ਯੂ ਨੂੰ ਆਪਾਂ ਐਜ਼ ਆ ਸਿੰਗੂਲਰ ਔਰ ਪਲੂਰਲ ਚਾਹੇ ਜੋ ਵੀ ਹੋਵੇ ਆਪਾਂ ਹਮੇਸ਼ਾ ਉਹਦੇ ਨਾਲ ਵਰਬ ਪਲੂਰਲ ਹੀ ਲਗਾਉਂਦੇ ਹਾਂ ਯੂ ਦੇ ਨਾਲ। ਬਟ ਇੱਥੇ ਆਈ ਲੱਗਾ ਆ, ਆਈ ਦੇ ਨਾਲ ਕੀ ਆ? ਐਮ ਲਗਾਵਾਂਗੇ, ਠੀਕ ਹੈ। ਨੀਦਰ ਹੀ ਔਰ ਨੌਰ ਦੇ, ਹੁਣ ਇੱਥੇ ਹੀ ਸਿੰਗੂਲਰ ਸੀ ਬਟ ਦੇ, ਹੁਣ ਜਿੱਥੇ ਆਪਾਂ ਵਰਬ ਲਗਾਉਣੀ ਆ ਉਹਦੇ ਨੀਅਰੈਸਟ ਜਿਹੜੀ ਸਬਜੈਕਟ ਹੈ ਉਹ ਪਲੂਰਲ ਹੈ, ਇਸ ਕਰਕੇ ਆਪਾਂ ਵਰਬ ਕੀ ਲਗਾਤੀ? ਪਲੂਰਲ ਲਗਾ ਦਿੱਤੀ, ਠੀਕ ਹੈ। ਈਦਰ ਹੀ ਔਰ ਯੂ ਦੇ ਨਾਲ ਕੀ ਮੈਂ ਦੱਸਿਆ? ਆਰ ਹੀ ਲੱਗਦਾ ਹੈ, ਠੀਕ ਹੈ। ਸੋ ਇੱਥੇ ਹੀ ਕੀ ਸੀ? ਸਿੰਗੂਲਰ ਸੀ, ਬਟ ਯੂ ਨੂੰ ਆਪਾਂ ਕੀ ਲਗਾਵਾਂਗੇ? ਯੂ ਦੇ ਨਾਲ ਆਰ ਲਗਾਵਾਂਗੇ, ਠੀਕ ਹੈ। So next rule is a singular verb follows many, each, every, everyone, anybody, either, neither, no one, nobody, as। ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਲੱਗਦੀਆਂ ਹੈ ਕਿਸੇ ਸੈਂਟੈਂਸ ਦੇ ਵਿੱਚ ਉਦੋਂ ਕੀ ਕਰਾਂਗੇ ਆਪਾਂ? many a boy has not done। ਹੁਣ many, either, everyone, each, neither, ਇਹਨਾਂ ਸਾਰਿਆਂ ਦੇ ਨਾਲ ਆਪਾਂ ਕੀ ਲਗਾਵਾਂਗੇ? singular verb, right। next rule is when two nouns are qualified by each or every, although connected by and they require a singular verb। ਹੁਣ ਕਹਿੰਦੇ ਕਿ ਦੋ ਜਿਹੜੇ ਨਾउन्स ਆ ਉਹ ਕੁਆਲੀਫਾਈ ਕੀਤੇ ਜਾਂਦੇ ਕਿਹਦੇ ਨਾਲ? ਬਾਈ ਈਚ, ਐਵਰੀ, although, ਔਰ ਕਨੈਕਟ ਕਿਹਦੇ ਨਾਲ ਹੁੰਦੇ? ਕਨੈਕਟਡ ਬਾਈ ਐਂਡ they are require a singular verb। ਇਹਨਾਂ ਦੇ ਨਾਲ ਵੀ ਕੀ ਲਗਾਵਾਂਗੇ ਆਪਾਂ? ਸਿੰਗੂਲਰ verb, like every boy and every girl, ठीक है। एवरी लग्या है इस करके वर्ब भी सिंगुलर होएगा। ईच डे एंड ईच इवेंट हैज़, ईच लगा है इस करके की लगावांगे? सिंगुलर वर्ब। सो नेक्स्ट रूल इज सम नाउन्स विच आर प्लूरल इन फॉर्म बट सिंगुलर इन मीनिंग टेक अ सिंगुलर वर्ब। कहते हुण कुछ नाउन जिहड़े हुंदे आ ਉਹ ਕੀ ਹੁੰਦੇ ਆ? ਫਾਰਮ ਦੇ ਵਿੱਚ ਤਾਂ ਉਹ ਦੇਖਣ ਨੂੰ ਪਲੂਰਲ ਲੱਗਦੇ ਆ। ਫਾਰਮ ਮਤਲਬ ਕਿ ਸਪੈਲਿੰਗਸ ਦੇ ਵਿੱਚ ਉਹ ਕੀ ਹੁੰਦੇ ਆ? ਦੇਖਣ ਨੂੰ ਪਲੂਰਲ ਲੱਗਦੇ ਆ ਬਟ ਉਹਨਾਂ ਦਾ ਮੀਨਿੰਗ ਸਿੰਗੂਲਰ ਹੁੰਦਾ ਆ। ਫੋਰ ਐਗਜ਼ਾਮਪਲ ਦ ਨਿਊਜ਼ ਇਜ਼ ਟਰੂ। ਹੁਣ ਨਿਊਜ਼ ਜੋ ਹੈ ਖਬਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਨਿਊਜ਼ ਜਿਹੜੀ ਆ ਉਹਨੂੰ ਆਪਾਂ ਨਿਊ ਨਹੀਂ ਲਿਖਦੇ ਕਿ ਨਿਊ ਸਿੰਗੂਲਰ ਆ, ਨਿਊਜ਼ ਪਲੂਰਲ ਆ। ਨਿਊਜ਼ ਜਿਹੜੀ ਆ
ਉਹ ਸਿੰਗੂਲਰ ਹੀ ਆ, ਉਹਦਾ ਸਟਰਕਚਰ ਜਿਹੜੀ ਫਾਰਮ ਹੈ ਉਹੀ ਉਹਦੀ ਪਲੂਰਲ ਵਰਗੀ ਆ, ਬਟ ਉਹ ਹੁੰਦਾ ਸਿੰਗੂਲਰ ਹੈ। ਇਸ ਕਰਕੇ ਇੱਦਾਂ ਦੇ ਵਰਡਸ ਦੇ ਨਾਲ, ਇੱਦਾਂ ਦੇ ਸਬਜੈਕਟਸ ਦੇ ਨਾਲ ਵੀ ਆਪਾਂ ਵਰਬ ਜਿਹੜੀ ਆ ਉਹ ਸਿੰਗੂਲਰ ਹੀ ਲਗਾਵਾਂਗੇ। ਠੀਕ ਹੈ। ਦੈਨ ਮੈਥੇਮੈਟਿਕਸ ਇਜ਼ ਦਾ ਡਿਫੀਕਲਟ ਵਰਡ। ਹੁਣ ਮੈਥੇਮੈਟਿਕਸ, ਮੈਥਸ ਆਪਾਂ ਸ਼ਾਰਟ ਫਾਰਮ 'ਚ ਲਿਖਦੇ ਹਾਂ, ਵੈਸੇ ਇਹਦੀ ਜੋ ਫੁੱਲ ਇਹਦਾ ਸਬਜੈਕਟ ਦਾ ਨੇਮ ਹੁੰਦਾ ਉਹ ਮੈਥੇਮੈਟਿਕਸ ਹੀ ਹੁੰਦਾ ਹੈ। ਸੋ ਮੈਥੇਮੈਟਿਕ ਨਹੀਂ ਹੁੰਦਾ, ਮੈਥੇਮੈਟਿਕਸ ਹੁੰਦਾ ਆ। ਇਹਦੀ ਫਾਰਮ ਜਿਹੜੀ ਆ ਉਹ ਪਲੂਰਲ ਵਰਗੀ ਆ, ਬਟ ਇਹ ਸਿੰਗੂਲਰ ਹੁੰਦਾ ਆ। ਇਸ ਕਰਕੇ ਇੱਥੇ ਵੀ ਜਿਹੜੀ ਵਰਬ ਹੈ ਉਹ ਕੀ ਆਏਗੀ, ਸਿੰਗੂਲਰ ਆਏਗੀ। ਇੱਦਾਂ ਦੇ ਹੋਰ ਵੀ ਵਰਡਸ ਹੁੰਦੇ ਆ, ਸਬਜੈਕਟਸ ਹੁੰਦੇ ਆ ਜਿਹੜੇ ਫਾਰਮ ਦੇ ਵਿੱਚ ਕੀ ਹੁੰਦੇ, ਲਾਈਕ ਸੀਜ਼ਰਸ ਜਿੱਦਾਂ ਹੁੰਦੇ ਆ, ਜੀਨਸ, ਇਹ ਸਾਰੇ ਕੀ ਹੁੰਦੇ ਆ, ਸਿੰਗੂਲਰ ਹੁੰਦੇ ਆ, ਪਰ ਇਹਨਾਂ ਦੀ ਫਾਰਮ ਜਿਹੜੀ ਹੁੰਦੀ ਆ ਉਹ ਕੀ ਹੁੰਦੀ ਆ, ਸਪੈਲਿੰਗਸ ਦੇ ਵਿੱਚ ਦੇਖਣ ਨੂੰ ਪਲੂਰਲ ਲੱਗਦੇ ਆ। ਸੋ ਇੱਦਾਂ ਦੀਆਂ ਇਹ ਸਬਜੈਕਟਸ ਦੇ ਨਾਲ ਵੀ ਅਸੀਂ ਸਿੰਗੂਲਰ ਵਰਬ ਦਾ ਯੂਜ਼ ਕਰਾਂਗੇ। ਠੀਕ ਹੈ ਸਟੂਡੈਂਟਸ। ਸੋ ਸਟੂਡੈਂਟਸ ਅੱਜ ਅਸੀਂ ਇੰਨੇ ਹੀ ਰੂਲ ਕਰਾਂਗੇ, ਹੋਰ ਵੀ ਰੂਲਸ ਹੁੰਦੇ ਆ, ਉਹਨੂੰ ਅਸੀਂ ਆਪਣੇ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਟਿਲ ਦੈਨ ਟੇਕ ਕੇਅਰ ਆਫ ਯੋਰਸੈਲਵਸ, ਕੀਪ ਲਰਨਿੰਗ। ਥੈਂਕ ਯੂ।